ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਨਾਲ ਪ੍ਰਿਆ ਤੇ ਇੱਕ ਹੈਰਾਨੀ ਕਰਨ ਵਾਲਾ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਜਿੱਥੇ ਇੱਕ ਰੇਹੜੀ ਲਗਾਉਣ ਵਾਲੇ ਸ਼ਖਸ ਦਾ ਜਿਹੜਾ ਹੈ 58,662 ਦਾ ਲੰਬਾ ਚੌੜਾ ਬਿੱਲ ਆ ਜਾਂਦਾ ਹੈ। ਜਦੋਂ ਉਹਨਾਂ ਦੇ ਹੱਥ ਦੇ ਵਿੱਚ ਲੱਗਦਾ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਕਾਫੀ ਹੈਰਾਨੀਜਨਕ ਮਾਮਲਾ ਹੈ, ਜਿੱਥੇ ਇੱਕ ਸ਼ਖਸ ਜਿਹੜਾ ਰੇਹੜੀ ਲਗਾਉਂਦਾ ਹੈ ਅਤੇ ਜੋ ਵੀ ਰੇਹੜੀ ਦਾ ਪੈਸੇ ਬਣਦੇ ਨੇ ਉਸ ਦੇ ਨਾਲ ਆਪਣੇ ਘਰ ਦਾ ਖਰਚਾ ਕਰਦਾ ਹੈ, ਪਰ ਜਦੋਂ ਉਸਦੇ ਹੱਥ ਦੇ ਵਿੱਚ 58,662 ਦਾ ਬਿੱਲ ਲੱਗਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸ਼ਖਸ ਦੇ ਜਿਹੜੇ ਨੇ ਹੋਸ਼ ਉੱਡ ਗਏ ਹੋਣਗੇ। ਤਾਂ ਉਹ ਸਾਡੇ ਨਾਲ ਵੀ ਹੈ, ਗੱਲਬਾਤ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ ਕੀ ਹੈ? उदल है मैम। ਤਾਂ ਬਿਜਲੀ ਮਹਿਕਮੇ ਵੱਲੋਂ ਕਿੱਡਾ ਲੰਬਾ ਚੌੜਾ ਬਿੱਲ ਫੜਾਇਆ ਗਿਆ ਤੁਹਾਨੂੰ? मैम क्या कहते हैं, मैं वो हर महीने बिल भेज रहे थे, लेकिन वो बिल भर रहे थे हम, लेकिन मैंने कंप्लीट करी। उसके बाद इन्होंने एवरेज बिल भेज रहे थे, उसके बाद इन्होंने 60,000 का बिल भेज दिया, 58,662 रुपये का। तो वहाँ मैं गया 3-4 बार जियो के पास और एच के पास, वो सुन नहीं रहे, नो करें पैसे कहाँ भरे हुए हम, कहाँ भरे हुए हमें क्या पता। मैं 3-4 बार आया तो फिर 20,000 रुपये उन्होंने भरवाए, नहीं तो मैं कह रहे मीटर काट लेंगे। ਜੀ हाँ जी। ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਗੱਲ ਕੀਤੀ ਸੀ ਕਿ ਤੁਸੀਂ ਕਹਿ ਰਹੇ ਕਿ ਰੀਡਿੰਗ ਕਰਨ ਨਹੀਂ ਆਉਂਦੇ ਸੀਗੇ ਤੇ ਸਿੱਧਾ ਜਦੋਂ ਬਿੱਲ ਆਇਆ ਤਾਂ ਸਿੱਧਾ ਹੱਥ 'ਚ ਫੜਾ ਕੇ ਤੁਹਾਡਾ ਇੰਨਾ ਬਿੱਲ ਆ ਗਿਆ। हाँ जी, बिल दे के कह रहे पैसे जमा कर लो, नहीं तो मीटर काट ले जाएंगे हम। फिर भी मैं 3 किस्तें बनाई उन्होंने 20,000 रुपये, और जो मैंने पैसे भरे हैं वो काट नहीं रहे हो। जो इन्हें पैसे जमा करे, हर महीने बिल आता था, पैसे जमा कर उसकी रेटिंग बता ही नहीं रहे वो कहाँ गई, पैसे जो हमने जमा किए हैं। ਤਾਂ ਘਰ ਦੇ ਵਿੱਚ ਕਿਹੜਾ ਕਿਹੜਾ ਸਮਾਨ ਲੱਗਿਆ ਹੋਇਆ? ਪੱਖੇ ਹੈ, ਏਸੀ ਵੀ ਲੱਗੇ ਹੋਏ एसी ਨੇ? नहीं है मैम, कूलर है और वो गीजर है और पंखे हैं मैम। ਤੇ ਜਦੋਂ ਇਹ ਕਿੰਨੇ ਮਹੀਨਿਆਂ ਦਾ ਬਿੱਲ ਆਇਆ ਇਕੱਠਾ ਹੀ? ये मैम क्या कहते हैं, मैं 3 साल तक मीटर लगा हुआ है, जब से रीडिंग लेने नहीं आए। 8 महीने का इन्होंने रीडिंग मैंने कंप्लीट करी, उसके बाद इन्होंने रीडिंग बना के भेज दी 8 महीने की। कहते 8 महीने में तुम्हारा इतना बिल जल गया। ਤੇ ਹੁਣ ਤੁਸੀਂ ਪੈਸੇ ਜਮ੍ਹਾਂ ਕਰਵਾਤੇ? 20,000 रुपये जमा कराया मैम, कहता नहीं तो वो कह रहे 20,000 तीन किस्तों में कराओ, नहीं तो मीटर काट लेंगे। ਨਹੀਂ, ਜਦੋਂ ਪਹਿਲਾਂ ਜਦੋਂ ਤੁਸੀਂ ਕਹਿ ਰਹੇ ਕਿ 2023 ਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਬਿੱਲ ਆਉਂਦੇ ਰਹੇ ਸੀ, ਤਾਂ ਉਸ ਸਮੇਂ ਕਿੰਨੇ ਤੁਹਾਨੂੰ ਆਉਂਦੇ ਹੁੰਦੇ ਸੀਗੇ ਪੈਸੇ? ਕਿੰਨਾ ਬਿੱਲ ਆਉਂਦਾ ਹੁੰਦਾ ਸੀ? कभी पहले कभी 2300 आते थे, कभी 2500, कभी ऐसे आते थे। फिर इन्होंने 3 बार वो 53 से 21 का एवरेज बिल भेज दिया। फिर मैंने कंप्लीट करी, आगे कंप्लीट करके आए वो, उन्होंने चेक करा मीटर, कह रहे इतनी रीडिंग तुम्हारी फालतू होगी। तो उन्होंने 60,000 का 58,662 रुपये का बिल भेज दिया। ਤਾਂ ਜਦੋਂ ਤੁਸੀਂ ਸ਼ਿਕਾਇਤ ਕੀਤੀ ਤੇ ਸ਼ਿਕਾਇਤ ਵਿੱਚ ਕੀ ਭਰੋਸਾ ਦਿੱਤਾ ਗਿਆ? वो मैम कुछ नहीं सुन रहे, क्या कहते हैं, वो कह रहे हैं क्या कहते हैं भरना पड़ेगा, नहीं तो मीटर काट लेंगे। तो उन्होंने कहा 3 बार भर दो, 20,000 रुपये, 20,000 भर दिए, अब कह रहे 2 बार और भरने हैं। ਕੰਮ ਕੀ ਕਰਦੇ ਹੋ? मैं रेडी लाता हूँ मैम। ਕਿੰਨੀ ਕੁ ਆਮਦਨ ਹੋ ਜਾਂਦੀ ਹੈ ਪੂਰੇ ਦਿਨ ਦੀ? मैम बन जाते हैं 300-400 रुपये। ਤਾਂ ਫਿਰ ਉਸ ਤੋਂ ਬਾਅਦ ਮਹੀਨੇ ਦਰ ਕਿੰਨਾ ਕੁ ਬਣ ਜਾਂਦਾ ਹੈ? मिनट बन जाता 30-40 25,000 रुपये। ਤੇ ਉਹੀ ਜੇ ਐਡਾ ਵੱਡਾ ਬਿੱਲ ਥਮਾਤਾ ਹੱਥ ਦੇ ਵਿੱਚ, ਤੇ ਇਸ ਨੂੰ ਲੈ ਕੇ ਕਿਹਦੀ ਨਲਾਇਕੀ ਸਮਝੋਗੇ? ਬਿਜਲੀ ਅਧਿਕਾਰੀ ਦੀ ਜਾਂ ਪ੍ਰਸ਼ਾਸਨ ਦੀ, ਸਰਕਾਰ ਦੀ? प्रशासन जी मैम क्या कहते हैं, हम तो जितना बिल भेज रहे थे हम तो भर रहे थे। अब उसके बाद हमने कंप्लीट करी, उसके बाद इन्होंने 60,000 का बिल बना दिया। ਫਿਰ ਬਿੱਲ ਵੀ ਦਿਖਾ ਦਿਓ ਸਾਰਾ, ਕੈਮਰਾਮੈਨ ਨੂੰ ਕਹੂੰਗੀ ਕਿ ਬਿੱਲ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ 58,662 ਦਾ ਬਿੱਲ ਇਸ ਰੇੜੀ ਵਾਲੇ ਸ਼ਖਸ ਦੇ ਹੱਥ ਫੜਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਤੁਸੀਂ ਖੁਦ ਸੋਚ ਸਕਦੇ ਹੋ ਕਿ ਜਿਹੜਾ ਇਨਸਾਨ ਇੱਕ ਰੇੜੀ ਦੇ ਸਹਾਰੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਵੇ ਅਤੇ ਜੋ ਉਹ ਕਮਾਉਂਦਾ ਹੈ ਉਹੀ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਵੇ, ਤੇ ਉਸ ਤੋਂ ਬਾਅਦ ਦੇ ਵਿੱਚ ਐਡਾ ਵੱਡਾ ਬਿੱਲ ਉਹ ਕਿਸ ਤਰ੍ਹਾਂ ਭਰ ਸਕਦਾ ਹੈ। ਪਰ ਦੂਜੇ ਪਾਸੇ ਇਹ ਵੀ ਸਵਾਲ ਉਹਨਾਂ ਵੱਲੋਂ ਖੜਾ ਕੀਤੇ ਜਾ ਰਹੇ ਨੇ ਕਿ ਜਦੋਂ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਆਉਂਦਾ ਹੈ ਤਾਂ ਰੀਡਿੰਗ ਵੀ ਨਹੀਂ ਚੈੱਕ ਕੀਤੀ ਜਾਂਦੀ, ਤੇ ਜਦੋਂ 8-9 ਮਹੀਨੇ ਬੀਤਦੇ ਆ ਤਾਂ ਸਿੱਧਾ ਉਹਨਾਂ ਕੋਲ ਬਿੱਲ ਫੜਾ ਦਿੱਤਾ ਜਾਂਦਾ ਕਿ ਤੁਹਾਡਾ ਇੰਨਾ ਬਿੱਲ ਆ ਗਿਆ, ਜੇ ਤੁਸੀਂ ਨਾ ਭਰਿਆ ਤਾਂ ਤੁਹਾਡਾ ਬਿਜਲੀ ਮੀਟਰ ਕੱਟਿਆ ਜਾਵੇਗਾ, ਤੁਹਾਨੂੰ ਭਰਨਾ ਹੀ ਪਵੇਗਾ। ਇਹਨਾਂ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਹੈ, ਪਰ ਸ਼ਿਕਾਇਤ ਦੇ ਬਾਵਜੂਦ ਵੀ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਅਮਾਉਂਟ ਭਰੋ ਜਿੰਨੀ ਆਈ ਹੋਈ ਹੈ, ਨਹੀਂ ਤਾਂ ਤੁਹਾਡਾ ਜਿਹੜਾ ਬਿਜਲੀ ਦਾ ਮੀਟਰ ਹੈ ਉਹ ਕੱਟ ਦਿੱਤਾ ਜਾਵੇ। ਤਾਂ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਊਗਾ? ਸਾਰੀ ਅਮਾਉਂਟ ਭਰੋਗੇ ਜਾਂ ਫਿਰ ਹੋਰ ਪਾਸੇ ਵੀ ਰੁਕ ਕਰੋਗੇ? मैम क्या कहते हैं, मैं ये सारे पैसे भर रखे, वो काट नहीं रहे हैं, नो कह रहे हैं पता नहीं कहाँ भरे हुए हैं। सारे पैसे कम हमने डिटेल बैंक की भी निकाल संपर्क से निकलवाई है, लेकिन सुन ही नहीं रहे हो। नो कह रहे हैं कहते पैसे भरो, भरने पड़ेंगे, नहीं तो मीटर काट लेंगे। ਇਹ ਸਰ ਤੁਹਾਡੇ ਨਾਲ ਹੋਇਆ ਜਾਂ ਤੁਹਾਡੇ ਨਾਲ ਲੱਗਦੇ ਹੋਰ ਗਵਾਂਢੀਆਂ ਦੇ ਨਾਲ ਵੀ ਹੋਇਆ ਕੁਛ? नहीं मैम, उनको पूछा नहीं, अभी तो मेरे नाल ही हुआ है। वैसे उन्होंने कभी किसी से पूछा नहीं है। कईयों के आ रहे हैं वैसे, वहाँ जाते हैं बहुत, लेकिन सुनते नहीं हो किसी की भी। ये प्राइवेट अपनी मनमानी कर रहे हैं। ਤਾਂ ਫਿਰ ਹੁਣ ਜਿਵੇਂ ਤੁਸੀਂ ਇਹਨਾਂ ਤੁਹਾਨੂੰ ਦਿੱਤਾ ਕਿ ਇੰਨਾ ਬਿੱਲ ਆ ਚੁੱਕਿਆ, 20,000 ਤੁਸੀਂ ਭਰ ਦਿੱਤੇ ਨੇ, ਹਾਲਾਂਕਿ ਜਿਹੜਾ ਪੂਰਾ ਮਾਮਲਾ ਚੱਲ ਵੀ ਰਿਹਾ, ਜਾਂਚ ਦੇ ਵਿੱਚ ਵੀ ਚੱਲ ਰਿਹਾ, ਜਾਂ ਫਿਰ ਹਜੇ ਆਸ਼ਵਾਸਨ ਦੇ ਹੀ ਦਿੱਤਾ ਗਿਆ ਕਿ ਹੁਣ ਕੁਝ ਨਹੀਂ, ਅਮਾਉਂਟ ਭਰ ਕੇ ਹੀ ਸਾਰਾ ਕੰਮ ਖਤਮ ਹੋਊਗਾ? वो चेक करने आए थे घर में क्या क्या सामान जलता है मैम।
चेक करके ले गए, वो कह रहे 1 हफ्ते बाद आना वहाँ पर, लेकिन नहीं कह रहे नहीं तो भर दो, 1 मीटर के लगाने के लिए बोला था, कह रहे इतनी रीडिंग कैसे आ रही है, बस ये बोला था उन्होंने। ਕਿੰਨਾ ਕੁ ਮੁਸ਼ਕਿਲ ਹੋ ਰਿਹਾ? बहुत मुश्किल हो रहा है मैम, कहते हैं पैसा कहाँ से भरेगा बंदा, गरीब बंदा। एक तो पैसे भी भरे हुए हैं, वो पैसे भी नहीं काट रहे मैम, और 60,000 का बिल भेज दिया उन्होंने। अब ये कहाँ से भरेगा इतना बंदा, क्या कहते हैं, अब कर्जा लेके 20,000 रुपये भरे हुए किसी से लेके पैसे, अब अगला बिल आ जाएगा उसके बाद और 30,000 हो गए, 30,000 फिर भरने पड़ेंगे, 10-10, 12-12 हज़ार का। इतना बंदा कहाँ से 30,000 रुपये कहाँ से भरेगा बंदा। ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਜਦੋਂ ਐਡਾ ਵੱਡਾ ਬਿੱਲ ਕਿਸੇ ਦੇ ਹੱਥ ਦੇ ਵਿੱਚ ਆ ਜਾਏ, ਉਹ ਵੀ ਦਿਹਾੜੀਦਾਰ ਜਿਹੜਾ ਜੋ ਕਮਾਉਂਦਾ ਉਹੀ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਵੇ, ਤਾਂ ਕਿੰਨੀ ਵੱਡੀ ਇੱਕ ਤਰ੍ਹਾਂ ਦਾ ਹੈਰਾਨ ਕਰਨ ਵਾਲਾ ਮਾਮਲਾ ਵੀ ਹੈ। ਪਰ ਦੂਜੇ ਪਾਸੇ ਇਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਰਜ਼ਾ ਲੋਕਾਂ ਤੋਂ ਪੈਸੇ ਲੈ ਕੇ ਇਹ ਪੈਸੇ ਭਰਾਏ ਗਏ ਨੇ, ਤੇ ਹੁਣ ਅਜੇ ਦੇਖਿਆ ਜਾਵੇ 40,000 ਅਜੇ ਹੋਰ ਪਿਆ ਕਿ ਉਹਨਾਂ ਵੱਲੋਂ ਵੀ ਉਹ ਚੁਕਾਉਣਾ ਹੈ ਜੇ ਪੈਸਾ, ਕਿਉਂਕਿ ਉਹਨਾਂ ਨਹੀਂ ਤਾਂ ਉਹਨਾਂ ਦੀ ਜਿਹੜੀ ਬੀਤੀ ਬਿਜਲੀ ਹੈ ਉਹ ਗੁੱਲ ਕਰ ਦਿੱਤੀ ਜਾਵੇਗੀ ਪ੍ਰਸ਼ਾਸਨ ਵੱਲੋਂ। ਪਰ ਉੱਥੇ ਜੇ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ, ਉਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਇੱਕ ਗਰੀਬ ਘਰ ਜਿਨ੍ਹਾਂ ਦੇ ਇੱਕ ਕਮਰਾ ਹੋਵੇ ਬਾਬਤ ਘਰ ਦੇ ਵਿੱਚ ਪੱਖਾ ਚੱਲਦਾ ਹੁੰਦਾ ਹੈ, ਪਰ ਫਿਰ ਵੀ ਉਹਨਾਂ ਨੂੰ ਲੱਖਾਂ ਰੁਪਏ ਦਾ ਬਿੱਲ ਜਿਹੜਾ ਉਹਨਾਂ ਦੇ ਹੱਥਾਂ ਦੇ ਵਿੱਚ ਥਮਾ ਦਿੱਤਾ ਜਾਂਦਾ ਹੈ। ਉਹਨਾਂ ਵੱਲੋਂ ਜਿਹੜੀ ਹੈ ਸ਼ਿਕਾਇਤ ਵੀ ਕੀਤੀ ਜਾਂਦੀ ਹੈ, ਅਧਿਕਾਰੀਆਂ ਤੱਕ ਪਹੁੰਚ ਵੀ ਕੀਤੀ ਜਾਂਦੀ ਹੈ, ਪਰ ਉਹਨਾਂ ਦੇ ਹੱਥ ਉਸ ਸਮੇਂ ਵੀ ਕੁਝ ਨਹੀਂ ਲੱਗਦਾ। ਤਾਂ ਹੁਣ ਅਜਿਹੇ ਹੀ ਕੁਝ ਜਿਹੜਾ ਹੈਗਾ ਚੰਡੀਗੜ੍ਹ ਦੇ ਰਹਿਣ ਵਾਲੇ ਜਿਹੜੇ ਰੇੜੀ ਲਗਾਉਂਦੇ ਨੇ, ਇਸ ਰੇੜੀ ਦੇ ਸਹਾਰੇ ਹੀ ਆਪਣੇ ਘਰ ਦਾ ਜਿਹੜਾ ਸਾਰਾ ਖਰਚਾ ਕਰਦੇ ਨੇ। ਉਹਨਾਂ ਜਿਹੜਾ ਕਿ ਉਹਨਾਂ ਦਾ ਬਿੱਲ ਜਿਹੜਾ ਹੈਗਾ 58,662 ਰੁਪਏ ਆਇਆ, ਤੇ ਜੇ ਇੱਕ ਵੱਡਾ ਕਹਿ ਲਿਆ ਜਾਵੇ ਉਹਨਾਂ ਦੇ ਲਈ ਇੱਕ ਝਟਕਾ ਵੀ ਹੈ, ਕਿਉਂਕਿ ਪਰਿਵਾਰ ਦੇ ਲਈ ਵੀ ਇੱਕ ਹੈਰਾਨੀ ਕਰਨ ਵਾਲਾ ਮਾਮਲਾ ਵੀ ਹੈ, ਕਿਉਂਕਿ ਜਿਸ ਦੇ ਨਾਲ ਜੋ ਕਮਾਉਂਦੇ ਨੇ ਉਹੀ ਘਰ ਦੇ ਸਾਰਾ ਗੁਜ਼ਾਰਾ ਉਸ ਨਾਲ ਚੱਲਦਾ ਹੈ। ਪਰ ਉੱਥੇ ਦੂਜੇ ਪਾਸੇ ਹੁਣ ਇਹਨਾਂ ਵੱਲੋਂ ਸਾਫ਼ ਤੌਰ ਉੱਤੇ ਕਿਹਾ ਗਿਆ ਹੈ ਕਿ ਜੋ ਇਹ 20,000 ਰੁਪਇਆ ਜੋ ਲੋਕਾਂ ਤੋਂ ਸਹਾਰੇ ਖਰੀਦ ਕੇ ਜਿਹੜੇ ਪੈਸੇ ਬਿਜਲੀ ਮਹਿਕਮੇ ਦੇ ਵਿੱਚ ਭਰੇ ਨੇ, ਅਤੇ ਉਸ ਤੋਂ ਬਾਅਦ ਜਿਹੜਾ 20,000 ਰੁਪਇਆ ਜਮ੍ਹਾਂ ਕਰਵਾ ਦਿੱਤਾ ਗਿਆ, ਤੇ ਜਿਹੜਾ ਹੁਣ ਬਾਕੀ ਹੈ ਉਹ ਵੀ ਜਮ੍ਹਾਂ ਕਰਵਾਉਣਗੇ, ਨਹੀਂ ਤਾਂ ਇਹ ਘਰਾਂ ਦੀ ਜਿਹੜੀ ਹੈ ਬਿਜਲੀ ਉਹ ਕੱਟ ਦੇਣਗੇ। ਤਾਂ ਕੈਮਰਾਮੈਨ ਪ੍ਰਦੀਪ ਦੇ ਨਾਲ ਪ੍ਰਿਆ, ਚੰਡੀਗੜ੍ਹ।